Now we'll read the consequences of corruption. From economic theory, one would expect corruption to reduce economic growth by lowering the incentives to invest, both for domestic and foreign entrepreneurs. The first consequence of corruption that Moro is referring here is that कि ਇਹਦੇ ਨਾਲ ਕੀ ਹੋਏਗਾ, it would reduce the economic growth by lowering the incentives to invest. Incentive here means the motivation. To invest मतलब to start the business. Entrepreneurs ਕੀ ਹੁੰਦੇ ਆ ਜਿਹੜੇ business start ਕਰਦੇ ਆ ਹੈ ਨਾ, that makes a new beginning in the business. ਤੇ ਇਹਦੇ ਲਈ ਅਗਰ ਕਰਪਸ਼ਨ ਹੋਏਗੀ ਤਾਂ ਲੋਕਾਂ ਦੇ ਵਿੱਚ ਆਪਣੇ ਆਪ ਮੋਟੀਵੇਸ਼ਨ ਘੱਟ ਜਾਏਗੀ ਐਂਟਰਪ੍ਰੇਨਿਓਰਸ ਦੇ ਵਿੱਚ, ਚਾਹੇ ਉਹ ਡੋਮੈਸਟਿਕ ਐਂਟਰਪ੍ਰੇਨਿਓਰਸ ਹੈ ਚਾਹੇ ਉਹ ਫੋਰਨ ਐਂਟਰਪ੍ਰੇਨਿਓਰਸ ਹੈ, ਉਹਨਾਂ ਦੇ ਵਿੱਚ ਕੀ ਹੈ ਮੋਟੀਵੇਸ਼ਨ ਘੱਟ ਜਾਏਗੀ ਕਰਪਸ਼ਨ ਦੇ ਕਾਰਨ। ਔਰ ਇਹਦੇ ਨਾਲ ਅਗਰ ਕੋਈ ਬਿਜ਼ਨਸ ਨਹੀਂ ਹੋ ਰਿਹਾ, ਕੋਈ ਕੰਟਰੀ ਦੇ ਵਿੱਚ ਨਵੀਂ ਡਿਵੈਲਪਮੈਂਟ ਨਹੀਂ ਹੋ ਰਹੀ, ਤੇ ਉਹਦੇ ਨਾਲ ਕੀ ਹੈ ਕੰਟਰੀ ਦੀ ਇਕੋਨੋਮਿਕ ਗਰੋਥ ਵੀ ਘਟੇਗੀ। ਇਨ ਕੇਸਿਸ where entrepreneurs are asked for bribes before enterprises can be started, or corrupt officials later request shares in the proceeds of their investment, corruption acts as a tax. Given the need for secrecy and the uncertainty to whether bribe takers will live up to their part of bargain. ਹੁਣ ਇਹਦੇ 'ਚ ਕੀ ਹੁੰਦਾ ਆ ਕਿ ਐਂਟਰਪ੍ਰੇਨਿਓਰਸ ਨੇ ਹਜੇ ਬਿਜ਼ਨਸ ਸ਼ੁਰੂ ਹੀ ਵੀ ਕੀਤਾ ਹੁੰਦਾ ਆ, ਉਹਨਾਂ ਦੀ ਜਿਹੜੀ ਐਂਟਰਪ੍ਰਾਈਜ਼ਸ ਆ, ਜੋ ਵੀ ਉਹਨਾਂ ਨੇ ਆਪਣਾ ਬਿਜ਼ਨਸ ਹੈ ਜੋ ਸੈਟਅਪ ਕਰਨਾ ਆ, ਉਹ ਹਜੇ ਸੈਟਅਪ ਨਹੀਂ ਹੋਇਆ। ਉਸ ਤੋਂ ਪਹਿਲਾਂ ਹੀ ਕੀ ਕਰਨਾ ਪੈਂਦਾ ਹੈ ਉਹਨਾਂ ਨੂੰ, ਬਿਫੋਰ ਦਾ ਸੈਟਅਪ ਆਫ ਦਾ ਐਂਟਰਪ੍ਰਾਈਜ਼ਸ, ਉਹ ਜਿਹੜੇ ਅਫੀਸ਼ੀਅਲਸ ਹੈ ਨਾ ਉਹਨਾਂ ਨੂੰ, ਉਹਨਾਂ ਤੋਂ ਕੀ ਮੰਗਦੇ ਆ, ਰਿਸ਼ਵਤ ਮੰਗਦੇ ਆ, ਬ੍ਰਾਈਬਸ ਮੰਗਦੇ ਆ, ਠੀਕ ਹੈ। ਫਿਰ ਕੀ ਕਰਦੇ ਆ ਉਹੀ ਕਰਪਟ ਆਫੀਸ਼ੀਅਲਸ, ਕੀ ਕਹਿੰਦੇ ਆ ਕਿ ਜਦੋਂ ਤੁਹਾਡਾ ਬਿਜ਼ਨਸ ਸੈਟਅਪ ਹੋ ਜਾਏਗਾ, ਉਸ ਤੋਂ ਬਾਅਦ ਤੁਹਾਡਾ ਬਿਜ਼ਨਸ ਸਟਾਰਟ ਹੋ ਜਾਏਗਾ, ਵੀ ਨੀਡ ਅ ਸ਼ੇਅਰ ਇਨ ਦ ਪ੍ਰੋਸੀਡਸ। ਪ੍ਰੋਸੀਡਸ ਮੀਨਸ ਮਨੀ ਦੈਟ ਆਰਗੇਨਾਈਜੇਸ਼ਨ ਮੇਕਸ, ਜੋ ਪ੍ਰੋਫਿਟ ਉਹਨਾਂ ਨੂੰ ਆਉਂਦਾ, ਜੋ ਪੈਸਾ ਉਹ ਕਮਾਉਣਗੇ ਆਪਣੇ ਬਿਜ਼ਨਸ ਤੋਂ, ਦੈਟਸ ਦ ਪ੍ਰੋਸੀਡ। ਉਹਨਾਂ ਦੀ ਜੋ ਇਨਵੈਸਟਮੈਂਟ ਕਰਨਗੇ ਉਹਦੇ ਤੋਂ ਜੋ ਉਹਨਾਂ ਨੂੰ ਫਾਇਦਾ ਹੋਏਗਾ, ਉਹ ਕਹਿੰਦੇ ਕਿ ਸਾਨੂੰ ਉਹਦੇ 'ਚ ਵੀ ਸ਼ੇਅਰ ਚਾਹੀਦਾ ਹੈ। ਫਿਰ ਕੀ ਨੈਕਸਟ ਚੀਜ਼ ਇਹਦੇ ਨਾਲ ਕੀ ਇਨਵੋਲਵ ਹੈ, ਯੂ ਹੈਵ ਟੂ ਮੇਨਟੇਨ ਦਾ ਸੀਕ੍ਰੇਸੀ ਆਲਸੋ। ਤੁਸੀਂ ਕਿਸੇ ਨੂੰ ਖੁੱਲ੍ਹੇਆਮ ਨਹੀਂ ਜਾ ਕੇ ਦੱਸ ਸਕਦੇ ਕਿ ਆਈ ਹੈਵ ਗਿਵਨ ਦਾ ਬ੍ਰਾਈਬ, ਮੈਂ ਇਹਨੂੰ ਇੰਨਾ ਰਿਸ਼ਵਤ ਦਿੱਤਾ ਹੈ ਅਤੇ ਮੈਂ ਇਹ ਕੰਮ ਕਰਵਾ ਰਿਹਾ ਹਾਂ ਇਸ ਅਫੀਸ਼ੀਅਲ ਤੋਂ। ਯੂ ਹੈਵ ਟੂ ਮੇਨਟੇਨ ਦਾ ਸੀਕ੍ਰੇਸੀ। ਉਹ ਫਿਰ ਕੀ ਰਹਿੰਦੀ ਹੈ ਕਿ ਅਨਸਰਟਨਟੀ ਬਣੀ ਰਹਿੰਦੀ ਆ। ਅਨਸਰਟਨਟੀ ਮੀਨਸ ਨੋਟ ਸ਼ੋਰ ਕਿ ਜਿਹੜਾ ਬ੍ਰਾਈਬ ਟੇਕਰ ਹੈ, ਜਿਹੜੇ ਅਫੀਸ਼ੀਅਲ ਨੇ ਰਿਸ਼ਵਤ ਲਿਆ ਆ, ਕੀ ਉਹ ਆਪਣੀ ਜ਼ੁਬਾਨ 'ਤੇ ਖਰਾ ਉਤਰੇਗਾ, ਕੀ ਉਹਨੇ ਜਿਹੜਾ ਬਾਰਗੇਨਿੰਗ ਕੀਤੀ ਹੈ, ਸੌਦੇਬਾਜ਼ੀ ਕੀਤੀ ਹੈ ਕਿ ਪਹਿਲਾਂ ਮੈਂ ਇੰਨਾ ਪੈਸਾ ਲੈਣਾ ਹੈ, ਜਦੋਂ ਸੈਟਅਪ ਹੋ ਜਾਏਗੀ ਤੁਹਾਡੀ ਕੰਪਨੀ ਉਸ ਤੋਂ ਬਾਅਦ ਪ੍ਰੋਫਿਟ ਦਾ ਇੰਨਾ ਪੈਸਾ ਲੈਣਾ ਆ, ਉਸ ਚੀਜ਼ ਦੇ ਵਿੱਚ ਦੇਅਰ ਇਜ਼ ਅ ਅਨਸਰਟੇਨਿਟੀ, ਕੋਈ ਸ਼ੋਰਿਟੀ ਨਹੀਂ ਹੈ ਕਿ ਦੇ ਵਿਲ ਲਿਵ ਅਪ ਟੂ ਦੇਅਰ ਵਰਡਸ। Corruption could also be expected to reduce growth by lowering the quality of public infrastructure and services, decreasing tax revenue, causing talented people to engage in rent seeking rather than productive activities, and distorting the composition of government expenditure. ਅਸੀਂ ਫਸਟ ਪੁਆਇੰਟ ਦੇ ਵਿੱਚ ਦੇਖਿਆ ਕਿ ਇਕੋਨੋਮਿਕ ਗਰੋਥ ਘੱਟ ਜਾਂਦੀ। ਕਿਉਂਕਿ ਜਿਹੜੇ ਲੋਕੀ ਆ ਉਹਨਾਂ ਦੇ ਵਿੱਚ ਮੋਟੀਵੇਸ਼ਨ ਹੀ ਨਹੀਂ ਹੁੰਦੀ ਨਵਾਂ ਕੁਝ ਸਟਾਰਟ ਕਰਨ ਦੀ, ਕੁਛ ਨਵੀਂ ਡਿਵੈਲਪਮੈਂਟ ਦੇ ਲਈ, ਕਿਉਂਕਿ ਉਹਨਾਂ ਨੂੰ ਬ੍ਰਾਈਬਸ ਦੇਣੇ ਪੈਂਦੇ ਆ। ਬ੍ਰਾਈਬਸ ਦੇ ਵਿੱਚ ਵੀ ਕੋਈ ਸ਼ੋਰਿਟੀ ਨਹੀਂ ਹੈ ਕਿ ਉਹਨਾਂ ਦਾ ਕੰਮ ਹੋਏਗਾ ਜਾਂ ਨਹੀਂ ਹੋਏਗਾ। ਦ ਸੈਕਿੰਡ ਥਿੰਗ ਦ ਪੋਇਟ ਇਜ਼ ਮੈਂਸ਼ਨਿੰਗ, ਦ ਰਾਈਟਰ ਇਜ਼ ਮੈਂਸ਼ਨਿੰਗ ਹੇਅਰ ਇਜ਼ ਦੈਟ ਕਿ ਇਹਦੇ ਨਾਲ ਕੀ ਹੈ, ਜੋ ਪਬਲਿਕ ਇਨਫਰਾਸਟਰਕਚਰ ਹੈ ਉਹਦੀ ਜਿਹੜੀ ਕੁਆਲਿਟੀ ਹੈ ਉਹ ਘੱਟ ਜਾਂਦੀ ਹੈ। ਵੀ ਨੋ ਦੈਟ ਪਬਲਿਕ ਇਨਫਰਾਸਟਰਕਚਰ ਦੇ ਵਿੱਚ ਕੀ ਆਉਂਦਾ ਹੈ, ਜਿਹੜੇ ਰੋਡਸ ਤਿਆਰ ਕੀਤੇ ਜਾਂਦੇ ਆ ਜਾਂ ਕੋਈ ਬਿਲਡਿੰਗਸ ਬਣਾਈਆਂ ਜਾਂਦੀਆਂ ਫॉर द ਪਬਲਿਕ, ਹੈ ਨਾ, ਉਹ ਜਾਂ ਆਪਾਂ ਕਹਿ ਸਕਦੇ ਹਾਂ ਕੋਈ ਬੱਸ ਸਟੈਂਡ ਬਣਾਇਆ ਹੈ ਨਾ, ਉਹ ਪਬਲਿਕ ਵੈਲਫੇਅਰ ਦੇ ਲਈ ਹੈ, ਉਹਦਾ ਜਿਹੜਾ ਉਹ ਇਨਫਰਾਸਟਰਕਚਰ ਤਿਆਰ ਕੀਤਾ। ਸੋ ਉਹਦੇ ਵਿੱਚ ਕੀ ਹੈ ਕਿ ਉਹਦੀ ਜਿਹੜੀ ਕੁਆਲਿਟੀ ਹੈ ਉਹ ਘੱਟ ਜਾਂਦੀ ਹੈ। ਉਹਦੇ ਨਾਲ ਉਹਨਾਂ ਨੂੰ ਜਿਹੜੇ ਕਿ ਜਿਨ੍ਹਾਂ ਨੂੰ ਉਹ ਟੈਂਡਰ ਮਿਲਦਾ ਆ ਉਹ ਕੰਮ ਕਰਨ ਦਾ, ਸਪੋਜ਼ ਇੱਕ ਰੋਡ ਬਣਾਉਣ ਦਾ ਟੈਂਡਰ ਮਿਲਿਆ ਨਾ ਏ ਪਰਸਨ
ਪਰਸਨ ਨੂੰ, ਉਹਨੂੰ ਇੰਨਾ ਜ਼ਿਆਦਾ ਉਹਦੇ ਲਈ ਬਰਾਈਬ ਦੇਣਾ ਪਿਆ, ਰਿਸ਼ਵਤ ਦੇਣਾ ਪਿਆ ਕਿ ਉਹ ਕੀ ਕਰੇਗਾ, ਉਹ ਵੀ ਆਪਣਾ ਫ਼ਾਇਦਾ ਕਰਨਾ ਚਾਹੁੰਦਾ ਹੈ। ਉਹ ਫ਼ਾਇਦਾ ਕਿੱਥੋਂ ਕਰੇਗਾ, ਉਹ ਰੋਡ ਦੀ ਜਿਹੜੀ ਕੁਆਲਿਟੀ ਹੈ ਉਹਨੂੰ ਘਟਾ ਦੇਗਾ। ਇਹਦੇ ਨਾਲ ਕੀ ਹੋ ਰਿਹਾ ਹੈ, ਪਬਲਿਕ ਇਨਫਰਾਸਟਰਕਚਰ ਦੀ ਜਿਹੜੀ ਕੁਆਲਿਟੀ ਹੈ ਉਹ ਘਟ ਰਹੀ ਆ, ਜਿਹੜੀ ਪਬਲਿਕ ਨੂੰ ਸਰਵਿਸਿਜ਼ ਮਿਲਣੀ ਹੈ ਉਹ ਪੂਅਰ ਹੈ। ਇਹਦੇ ਨਾਲ ਕੀ ਆ, ਫਿਰ ਟੈਕਸ ਜਿਹੜਾ ਆ ਉਹ ਟੈਕਸ ਰੈਵਨਿਊ ਜਿਹੜਾ ਟੈਕਸ ਤੋਂ ਗਵਰਨਮੈਂਟ ਨੂੰ ਪੈਸਾ ਆਉਣਾ ਹੈ, ਉਹ ਗਵਰਨਮੈਂਟ ਪਬਲਿਕ ਆਫਿਸ ਬਣਾ ਰਹੀ ਹੈ, ਉਹ ਫਿਰ ਉਸ ਤੋਂ ਟੈਕਸ ਇਕੱਠਾ ਹੁੰਦਾ ਆ, ਉਹ ਘਟ ਰਿਹਾ ਆ। ਐਂਡ ਇਹਦੇ ਨਾਲ ਜਿਹੜੇ ਟੈਲੈਂਟਡ ਲੋਕ ਹੈ ਜਿਹੜੇ ਕਿ ਕੁਝ ਵੈਲਫੇਅਰ ਲਈ ਕਰ ਸਕਦੇ ਆ, ਉਹਨਾਂ ਨੂੰ ਵੀ ਇੱਦਾਂ ਦੇ ਗਲਤ ਰਾਸਤੇ ਅਪਣਾਉਣੇ ਪੈਂਦੇ ਆ। ਠੀਕ ਹੈ, ਇਹਦੇ ਨਾਲ ਕੀ ਹੈ ਕਿ ਗਵਰਨਮੈਂਟ ਨੂੰ ਜਿਹੜਾ ਗਵਰਨਮੈਂਟ ਨੂੰ ਆਪਣੇ ਖਰਚਣੇ ਲਈ ਪੈਸਾ ਇਕੱਠਾ ਹੋਣਾ ਹੈ, ਗਵਰਨਮੈਂਟ ਜਿਹੜਾ ਐਕਸਪੈਂਡੀਚਰ ਹੁੰਦਾ ਆ ਉਹ ਕੰਪੋਜ਼ ਹੁੰਦਾ ਡਿਫਰੈਂਟ ਥਿੰਗਸ ਤੋਂ, ਲੋਕਾਂ ਨੂੰ ਗਵਰਨਮੈਂਟ ਨੂੰ ਪੈਸਾ ਆ ਰਿਹਾ ਆ, ਉਹ ਜਿਹੜਾ ਪੈਸਾ ਆ ਉਹ ਵੀ ਕੀ ਹੋ ਜਾਂਦਾ ਆ, ਉਹਦੇ 'ਚ ਵੀ ਡਿਸਟੋਰਟ ਹੋਣਾ, ਮਤਲਬ ਕਿ ਉਹ ਵੀ ਖਰਾਬ ਹੋ ਜਾਂਦਾ ਆ, ਉਹ ਵੀ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਘਾਟਾ ਆ ਜਾਂਦਾ ਹੈ। At the same time, there are some theoretical counter arguments. For example, it has been suggested that government employees who are allowed to exact bribes might work harder, that corruption might help entrepreneurs get around bureaucratic impediments. Paulo Moro is writing ਕਿ ਇਹਦਾ ਇੱਕ ਕਾਊਂਟਰ ਆਰਗੂਮੈਂਟ ਵੀ ਹੈ, ਜੋ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੇ ਐਂਟਰਪ੍ਰੇਨਿਓਰਸ ਹੈ ਉਹਨਾਂ ਨੂੰ ਰਿਸ਼ਵਤ ਦੇਣਾ ਪੈਂਦਾ, ਇਸ ਲਈ ਉਹ ਪਬਲਿਕ ਵੈਲਫੇਅਰ ਦੇ ਲਈ ਜਿਹੜਾ ਇਸ ਪਬਲਿਕ ਵੈਲਫੇਅਰ ਦੇ ਵਿੱਚ ਨਹੀਂ ਆਉਣਾ ਚਾਹੁੰਦੇ, ਉਹਨਾਂ ਦੇ ਲਈ ਕੋਈ ਕੰਮ ਨਹੀਂ ਕਰਨਾ ਚਾਹੁੰਦੇ। ਸੈਕਿੰਡ ਥਿੰਗ ਉਹਨਾਂ ਨੇ ਕਿਹਾ ਕਿ ਅਗਰ ਉਹ ਆ ਵੀ ਜਾਂਦੇ ਆ ਤਾਂ ਉਹਨਾਂ ਨੂੰ ਕੋਈ ਸ਼ੋਰਿਟੀ ਨਹੀਂ ਹੁੰਦੀ ਕਿ ਉਹਨਾਂ ਦਾ ਜੋ ਕੰਮ ਹੈ ਹੋਏਗਾ ਜਾਂ ਨਹੀਂ ਹੋਏਗਾ। ਥਰਡ ਥਿੰਗ, ਅਗਰ ਉਹ ਚਲੋ ਹੋ ਵੀ ਜਾਂਦਾ ਸਾਰਾ, ਉਹਦੇ 'ਚ ਆ ਵੀ ਜਾਂਦੇ, ਉਹਦੇ ਨਾਲ ਕੀ ਹੁੰਦਾ ਕਿ ਪਬਲਿਕ ਵੈਲਫੇਅਰ ਦੇ ਲਈ ਜੋ ਕੰਮ ਕਰ ਰਹੇ ਆ ਉਹਦੀ ਜਿਹੜੀ ਕੁਆਲਿਟੀ ਉਹ ਘੱਟ ਜਾਂਦੀ ਹੈ। then for example then he is saying ਕਿ ਇਸੇ ਚੀਜ਼ ਦਾ ਇੱਕ ਕਾਊਂਟਰ ਆਰਗੂਮੈਂਟ ਵੀ ਹੈ। ਕਾਊਂਟਰ ਆਰਗੂਮੈਂਟ ਮੀਨਸ ਆਪੋਜ਼ਿਟ ਟੂ ਦਿਸ ਸਟੇਟਮੈਂਟ। ਇੱਕ ਹੋਰ ਗੱਲ ਇਹ ਹੈ ਕਿ ਇਹ ਵੀ ਸੁਜੈਸਟ ਕੀਤਾ ਕੁਛ ਲੋਕਾਂ ਨੇ ਕਿ ਜੇ ਗਵਰਨਮੈਂਟ ਇੰਪਲੋਈਜ਼ ਜਿਹੜੇ ਆ ਉਹਨਾਂ ਨੂੰ ਅਲਾਓ ਕਰ ਦਿੱਤਾ ਜਾਂਦਾ ਆ ਐਗਜ਼ੈਕਟ ਬਰਾਈਬਸ ਮੀਨਸ ਟੂ ਟੇਕ ਬਰਾਈਬਸ, ਮਾਈਟ ਵਰਕ ਹਾਰਡਰ, ਜਿਹੜੇ ਉਹ ਕੀ ਕਹਿੰਦੇ ਆ ਕਿ ਹੋ ਸਕਦਾ ਆ ਕਿ ਉਹ ਆਪਣੇ ਕੰਮ ਦੇ ਵਿੱਚ ਉਹ ਜਦੋਂ ਬਰਾਈਬ ਲੈ ਰਹੇ ਆ ਉਹਨਾਂ ਨੂੰ ਪੈਸਾ ਮਿਲ ਰਿਹਾ ਆ, ਹੋ ਸਕਦਾ ਉਹ ਕੰਮ ਵਧੀਆ ਵੀ ਕਰਨ। ਜ਼ਰੂਰੀ ਨਹੀਂ ਹੈ ਕਿ ਆਪਾਂ ਦੇਖਿਆ ਕਿ ਇੱਕ ਚੀਜ਼ ਇਹ ਹੈ ਕਿ ਉਹ ਜ਼ੁਬਾਨ ਤੋਂ ਫਿਰ ਵੀ ਸਕਦੇ ਆ, ਇੱਕ ਚੀਜ਼ ਇਹ ਹੈ ਕਿ ਉਹ ਵਧੀਆ ਕੰਮ ਵੀ ਕਰ ਸਕਦੇ। ਦੇ ਮਾਈਟ ਵਰਕ ਹਾਰਡਰ and that corruption might help entrepreneurs get around bureaucratic impediments. Impediments means obstruction, bureaucratic means जो administration ਜਿਹੜੀਆਂ obstructions ਲਗਾਉਂਦੀਆਂ, restrictions ਲਗਾਉਂਦੀਆਂ ਹੈ। around means get around means overcome, bureaucratic means the administration, impediments means the restrictions, obstructions। ਠੀਕ ਹੈ, ਉਹ ਕਹਿੰਦੇ ਕਿ ਇਸ ਨਾਲ ਹੋ ਸਕਦਾ ਕਿ ਉਹ ਵਧੀਆ ਕੰਮ ਕਰਨ, ਦੇ ਮਾਈਟ ਵਰਕ ਹਾਰਡਰ, ਅਤੇ ਕਰਪਸ਼ਨ ਦੇ ਨਾਲ ਜਿਹੜੇ ਐਂਟਰਪ੍ਰੇਨਿਓਰਸ ਹੈ ਉਹਨਾਂ ਨੂੰ ਹੈਲਪ ਮਿਲ ਜਾਵੇ, ਉਹਨਾਂ ਨੂੰ ਉੱਤੇ ਜੋ ਰਿਸਟ੍ਰਿਕਸ਼ਨਸ ਲਗਾਈਆਂ ਜਾਂਦੀਆਂ ਉਹਨਾਂ ਨੂੰ ਓਵਰਕਮ ਕਰਕੇ ਐਂਟਰਪ੍ਰੇਨਿਓਰਸ ਆਪਣਾ ਬਿਜ਼ਨਸ ਸਟਾਰਟ ਕਰ ਸਕਣ, ਵਧੀਆ ਕੰਮ ਹੋ ਸਕਦਾ ਹੈ ਅਤੇ ਇਕੋਨਮਿਕ ਗਰੋਥ ਵੱਧ ਵੀ ਸਕਦੀ ਹੈ। Corruption is most prevalent where there are different forms of institutional inefficiency such as political instability, bureaucratic red tape, weak legislative and judicial system। ਕਹਿੰਦੇ ਕਰਪਸ਼ਨ ਜ਼ਿਆਦਾਤਰ ਕਿੱਥੇ ਪਾਈ ਜਾਂਦੀ ਹੈ, ਜਿੱਥੇ ਕਿ ਗਵਰਨਮੈਂਟ ਦੀਆਂ ਡਿਫਰੈਂਟ ਫਾਰਮਸ ਹੁੰਦੀਆਂ। ਗਵਰਨਮੈਂਟ ਇਜ਼ ਡਿਵਾਈਡਡ ਇਨਟੂ ਮੇਨਲੀ 3 ਪਾਰਟਸ, ਦੈਟਸ ਦਾ ਲੈਜਿਸਲੇਟਿਵ, ਐਡਮਿਨਿਸਟ੍ਰੇਟਿਵ ਅਤੇ ਜੁਡੀਸ਼ਰੀ। ਲੈਜਿਸਲੇਟਿਵ ਕੀ ਕੰਮ ਕਰਦੀ ਆ, ਇਟ ਮੇਕਸ ਦਾ ਪੋਲਿਸੀ। ਐਡਮਿਨਿਸਟ੍ਰੇਸ਼ਨ ਕੀ ਕੰਮ ਕਰਦੀ ਹੈ, ਉਹ ਜੋ ਪੋਲਿਸੀਜ਼ ਹੈ ਉਹਨਾਂ ਨੂੰ ਅੱਗੇ ਲਾਗੂ ਕਰਦੀ ਹੈ ਐਡਮਿਨਿਸਟ੍ਰੇਸ਼ਨ। ਅਤੇ ਜੁਡੀਸ਼ਰੀ ਕੀ ਕਰਦੀ ਹੈ, ਕਾਨੂੰਨ ਜਿਹੜੇ ਬਣ ਰਹੇ ਆ ਉਹਨਾਂ ਦੀ ਰੱਖਿਆ ਕਰਦੀ ਹੈ, ਉਹ ਉਹਨਾਂ ਨੂੰ ਲੋਕਾਂ ਨੂੰ ਨਿਆਂ ਦਿੰਦੀ ਹੈ। ਸੋ ਇਸ ਤਰ੍ਹਾਂ ਆ, ਉਹ ਕਹਿੰਦੇ ਕਿ ਇਹ ਜਿਹੜੇ ਆ ਫਿਰ ਡਿਫਰੈਂਟ ਫਾਰਮਸ ਆਫ ਇੰਸਟੀਟਿਊਸ਼ਨਸ ਹੋ ਗਏ ਗਵਰਨਮੈਂਟ ਦੇ। ਅਤੇ ਅਗਰ ਇਹ ਗਵਰਨਮੈਂਟ ਦੇ ਇੰਸਟੀਟਿਊਸ਼ਨਸ ਇਨਐਫੀਸ਼ੀਐਂਟ ਹੈ
ਤਾਂ ਜਿਹੜੀ ਕਰਪਸ਼ਨ ਹੈ ਉਹ ਉੱਥੇ ਜ਼ਿਆਦਾ ਹੋਏਗੀ। ਇਹ ਇਨਐਫੀਸ਼ੀਐਂਟ ਕਦੋਂ ਹੁੰਦੇ ਆ? ਲੈਜਿਸਲੇਟਿਵ ਜਿਹੜਾ ਪੋਲਿਸੀ ਬਣਾਉਂਦੇ ਆ ਸਾਡੇ MPs MLAs, ਲੋਕ ਸਭਾ ਰਾਜ ਸਭਾ ਲੈਜਿਸਲੇਟਿਵ 'ਚ ਆਉਂਦੇ ਆ। ਅਗਰ ਉੱਥੇ ਪੋਲੀਟੀਕਲ ਇਨਸਟੇਬਿਲਿਟੀ ਹੈ, ਪੋਲੀਟੀਕਲ ਇਨਸਟੇਬਿਲਿਟੀ ਮਤਲਬ ਕਿ ਉਹਨਾਂ ਨੇ ਆਪਣੀ ਜਿਹੜੀ ਸਰਕਾਰ ਹੈ ਉਹਨਾਂ ਦੀ ਸਟੇਬਲ ਨਹੀਂ ਹੈ, ਉਹਨਾਂ ਨੇ 2-3 ਸਰਕਾਰਾਂ ਦੇ ਨਾਲ ਗਠਬੰਧਨ ਕੀਤਾ ਹੋਇਆ ਆ ਅਤੇ ਉਹ ਸਟੇਬਲ ਗਵਰਨਮੈਂਟ ਨਹੀਂ ਹੈ, ਉੱਥੇ ਪੋਲੀਟੀਕਲ ਸਟੇਬਿਲਿਟੀ ਹੈ, ਕੋਈ ਪੱਕਾ ਨਹੀਂ ਪਤਾ ਕਿ ਉਹਨਾਂ ਦੀ ਕੌਣ ਹੈਲਪ ਕਰੇਗਾ ਜਾਂ ਨਹੀਂ ਕਰੇਗਾ। ਇੱਕ ਇਹ ਵੀ ਕਾਰਨ ਹੈ। ਬਿਊਰੋਕ੍ਰੈਟਿਕ ਰੈਡ ਟੇਪ ਬਿਊਰੋਕ੍ਰੈਟਿਕ ਰੈਡ ਟੇਪ ਮਤਲਬ ਜਿਹੜੇ ਸਾਡੇ ਐਡਮਿਨਿਸਟ੍ਰੇਸ਼ਨ ਚਲਾ ਰਹੇ IAS ਆਫਿਸਰ IPS ਆਫਿਸਰਸ ਹੈ, ਇਹਨਾਂ ਦੇ ਵਿੱਚ DCs ਇਨਵੋਲਵਸ ਹੈ, SDMs ਇਨਵੋਲਵਸ ਹੈ, ਤਹਿਸੀਲਦਾਰਸ ਇਨਵੋਲਵਸ ਹੈ, ਇਹ ਸਾਰੇ ਅੱਗੇ ਪਾਰਟਸ ਆਫ IAS IPS ਹੈ ਨਾ। ਉਹਨਾਂ ਦੇ ਵਿੱਚ ਬਿਊਰੋਕ੍ਰੈਟਿਕ ਰੈਡ ਟੇਪ ਮਤਲਬ ਵੈਰੀ ਰਿਜਿਡ ਰੂਲਸ। ਰੈਡ ਟੇਪ ਮਤਲਬ ਬਹੁਤ ਜ਼ਿਆਦਾ ਰਿਜਿਡ ਰੂਲਸ, ਉਹਨਾਂ ਨੂੰ ਬਹੁਤ ਰਿਜਿਡ ਰੂਲਸ ਦਾ ਫੋਲੋ ਕਰਨਾ ਪੈਂਦਾ ਹੈ। ਇਹ ਵੀ ਇੱਕ ਕਾਰਨ ਹੈ ਕਰਪਸ਼ਨ ਦਾ। ਐਂਡ ਵੀਕ ਲੈਜਿਸਲੇਟਿਵ ਐਂਡ ਜੁਡੀਸ਼ੀਅਲ ਸਿਸਟਮ, ਜਿਹੜਾ ਸਾਡਾ ਲੈਜਿਸਲੇਟਿਵ ਆ ਪੋਲਿਸੀ ਮੇਕਰਸ ਆ, ਦੇ ਆਰ ਵੈਰੀ ਵੀਕ, ਦੇ ਆਰ ਨਾਟ ਅਪ ਟੂ ਦਾ ਮਾਰਕ। MLAs MPs ਆਰ ਨਾਟ ਅਪ ਟੂ ਦਾ ਮਾਰਕ। ਐਂਡ ਜੁਡੀਸ਼ੀਅਲ ਸਿਸਟਮ ਵੀ ਵੀਕ ਹੈ। ਜਿਹੜਾ ਜੁਡੀਸ਼ੀਅਲ ਸਿਸਟਮ ਹੈ ਉਹ ਲੋਕਾਂ ਦੇ ਪ੍ਰਤੀ ਇਟਸ ਨਾਟ ਰਿਸਪੋਂਸਿਬਲ। This raises a question whether it can be established that corruption, rather than other factors correlated with it, is the cause of low economic growth। ਕਹਿੰਦੇ ਫਿਰ ਅਸੀਂ ਕੀ ਇਸ ਤੋਂ ਇਹ ਗੱਲ ਮੰਨ ਸਕਦੇ ਹਾਂ ਕਿ ਕਰਪਸ਼ਨ ਦੇ ਨਾਲ ਹੋਰ ਵੀ ਬਹੁਤ ਸਾਰੇ ਕਾਰਨ ਕੋਰਲੇਟ ਹੁੰਦੇ ਆ, ਹੋਰ ਬਹੁਤ ਸਾਰੇ ਕਾਰਨ ਨਾਲ ਜੁੜਦੇ ਆ, ਅਤੇ ਇਹ ਕਾਰਨ ਹੀ ਹੈ ਇੱਕ ਸਲੋ ਇਕੋਨਮਿਕ ਗਰੋਥ ਦਾ ਕਿਸੇ ਵੀ ਕੰਟਰੀ 'ਚ। Regression analysis provides some evidence that if one controls for different forms of institutional inefficiency such as political instability, corruption can still be shown to reduce growth। ਰਿਗਰੈਸ਼ਨ ਐਨਾਲਿਸਿਸ ਕੀ ਹੁੰਦਾ? ਇਹਦੇ ਵਿੱਚ ਕੀ ਹੁੰਦਾ ਆ ਕਿ ਤੁਸੀਂ ਡਿਫਰੈਂਟ ਵੇਰੀਏਬਲਸ ਲੈ ਲੈਂਦੇ ਆ, ਠੀਕ ਹੈ। ਇੱਕ ਆਪਾਂ ਇਹ ਦੇਖ ਰਹੇ ਹਾਂ ਕਿ ਇੱਕ ਚੀਜ਼ ਦੀ ਸਪੋਜ਼ ਕੋਈ ਆਊਟਪੁੱਟ ਹੈ ਨਾ, ਉਹ ਆਊਟਪੁੱਟ ਕਿਹਦੇ 'ਤੇ ਡਿਪੈਂਡੈਂਟ ਹੈ, ਠੀਕ ਹੈ। ਕੁਛ ਅਸੀਂ ਕੋਈ ਆਊਟਪੁੱਟ ਹੈ ਉਹ ਕਾਹਦੇ 'ਤੇ ਡਿਪੈਂਡੈਂਟ ਹੈ? ਇੱਕ ਵੇਰੀਏਬਲ ਸਪੋਜ਼ ਅਸੀਂ ਕੋਸਟ ਲੈ ਲਿਆ, ਇੱਕ ਵੇਰੀਏਬਲ ਟਾਈਮ ਲੈ ਲਿਆ। ਇਹ ਬੱਚੇ ਕੀ ਆ ਫਿਰ ਆਊਟਪੁੱਟ ਜਿਹੜੀ ਆ ਉਹ ਡਿਪੈਂਡੈਂਟ ਹੋ ਗਈ ਕਿਹੜੇ ਵੇਰੀਏਬਲਸ 'ਤੇ? ਕੋਸਟ ਐਂਡ ਟਾਈਮ 'ਤੇ। ਕੋਸਟ ਐਂਡ ਟਾਈਮ ਕੀ ਹੋ ਗਿਆ? ਇੰਡੀਪੈਂਡੈਂਟ ਵੇਰੀਏਬਲ ਹੋ ਗਿਆ। ਅਸੀਂ ਦੇਖਣਾ ਇਹ ਹੈ ਕਿ ਜਿਹੜੀ ਸਾਡੀ ਆਊਟਪੁੱਟ ਹੈ ਉਹ ਕਿਹਦੇ 'ਤੇ ਡਿਪੈਂਡੈਂਟ ਹੈ? ਕੋਸਟ 'ਤੇ ਡਿਪੈਂਡ ਹੈ, ਕਿੰਨਾ ਖਰਚਾ ਲਗਾ ਰਹੇ ਹਾਂ ਉਸ ਹਿਸਾਬ ਦਾ ਆਊਟਪੁੱਟ ਆਏਗੀ। ਜਿੰਨਾ ਗੁੜ ਪਾਵਾਂਗੇ ਉਨਾ ਮਿੱਠਾ ਹੋਏਗਾ, ਇਹ ਕਹਾਵਤ ਵੀ ਹੈ। ਸੋ ਇਹ ਰਿਗਰੈਸ਼ਨ ਐਨਾਲਿਸਿਸ ਹੈ। ਟਾਈਮ ਕਿੰਨਾ ਲੱਗ ਰਿਹਾ ਹੈ? ਅਗਰ ਟਾਈਮ ਹੀ ਬਹੁਤ ਜ਼ਿਆਦਾ ਲੱਗ ਰਿਹਾ ਹੈ ਅਤੇ ਆਊਟਪੁੱਟ ਉਨੀ ਜ਼ਿਆਦਾ ਨਹੀਂ ਹੈ, ਸੋ ਰਿਗਰੈਸ਼ਨ ਐਨਾਲਿਸਿਸ ਇਹ ਆ ਕਿ ਇੱਕ ਚੀਜ਼ ਦਾ, ਕਿਸੇ ਵੀ ਚੀਜ਼ ਦਾ ਐਨਾਲਿਸਿਸ ਕਰਨਾ ਉਹਦੇ ਨਾਲ ਹੋਰ ਫੈਕਟਰਸ ਨੂੰ ਲੈ ਕੇ। ਅਤੇ ਉਹ ਕਹਿੰਦੇ ਕਿ ਅਸੀਂ ਕਰਪਸ਼ਨ ਦਾ ਰਿਗਰੈਸ਼ਨ ਐਨਾਲਿਸਿਸ ਵੀ ਕੀਤਾ ਆ, ਅਤੇ ਇਹਨੇ ਸਾਨੂੰ ਇਹ ਐਵੀਡੈਂਸ ਦਿੱਤਾ ਆ ਕਿ if one controls for different forms of institutional inefficiency such as political instability, corruption can still be shown to reduce growth। ਅਗਰ ਕਹਿੰਦੇ ਅਸੀਂ ਸਿਰਫ ਇੱਕ ਚੀਜ਼ ਨੂੰ, ਇੱਕ ਫੈਕਟਰ ਨੂੰ, ਸਪੋਜ਼ ਉਹ ਕਹਿੰਦੇ ਕਿ ਮੈਂ ਕਹਿ ਰਿਹਾ ਕਿ ਪੋਲੀਟੀਕਲ ਇਨਸਟੇਬਿਲਿਟੀ ਹੈ। ਪੋਲੀਟੀਕਲ ਇਨਸਟੇਬਿਲਿਟੀ ਮੈਂ ਤੁਹਾਨੂੰ ਦੱਸਿਆ ਕਿ ਇੱਕ ਸਰਕਾਰ ਜਿਹੜੀ ਹੈ ਉਹ ਗਠਬੰਧਨ ਵਾਲੀ ਹੈ, ਸਟੇਬਲ ਗਵਰਨਮੈਂਟ ਨਹੀਂ ਹੈ। ਜੇ ਉਹਨੂੰ ਕਹਿੰਦੇ ਕੰਟਰੋਲ ਕਰ ਵੀ ਲਿਆ ਤਾਂ ਵੀ ਅਸੀਂ ਦੇਖਿਆ ਹੈ ਕਿ ਜਿਹੜੀ ਕਰਪਸ਼ਨ ਹੈ ਉਹ ਜਿਹੜੀ ਗਰੋਥ ਨੂੰ ਘਟਾਉਂਦੀ ਹੈ। ਹੁਣ ਵੀ ਆਲਸੋ ਹੈਵ ਦਾ BJP ਇਨ ਇੰਡੀਆ, ਇਟ ਇਜ਼ ਅ ਸਟੇਬਲ ਗਵਰਨਮੈਂਟ, ਬਟ ਸਟਿਲ ਬਹੁਤ ਸਾਰੇ ਹੋਰ ਫੈਕਟਰਸ ਵੀ ਨਾਲ ਹੈ ਜਿਹਦੇ ਕਰਕੇ ਇੰਡੀਆ ਇਜ਼ ਸਟਿਲ ਲੈਕਿੰਗ ਬਿਹਾਈਂਡ ਇਨ ਦਾ ਇਕੋਨਮਿਕ ਗਰੋਥ। ਇਕੋਨਮਿਕ ਗਰੋਥ ਇੰਨੀ ਜ਼ਿਆਦਾ ਸਟਰੋਂਗ ਨਹੀਂ ਹੈ ਇੰਡੀਆ ਦੀ। ਸਟੇਬਲ ਗਵਰਨਮੈਂਟ ਤਾਂ ਹੈ, ਫਿਰ ਕਿਉਂ ਨਹੀਂ ਹੈ? ਸੋ ਇਟ ਇਜ਼ ਨਾਟ ਦਾ ਵਨ ਫੈਕਟਰ, ਦੇयर ਆਰ ਮੈਨੀ ਫੈਕਟਰਸ। Nevertheless, it is hard to show conclusively that the cause of the problem is corruption alone, rather than the institutional weaknesses that are closely associated with। ਅਤੇ ਉਹ ਕਹਿੰਦੇ ਕਿ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਇਕੋਨੋਮਿਕ ਗਰੋਥ ਦਾ ਜਿਹੜਾ ਕਾਰਨ, ਸਲੋ ਇਕੋਨੋਮਿਕ ਗਰੋਥ ਦਾ ਜਿਹੜਾ ਕਾਰਨ ਹੈ, ਕੌਜ਼ ਹੈ, ਉਹ ਕਰਪਸ਼ਨ ਹੀ ਹੈ ਇਕੱਲਾ।
ਤੇ ਹੋਰ ਕੋਈ ਵਿੱਚ ਉਹਨਾਂ ਦੇ ਕਮੀਆਂ ਨਹੀਂ ਹੈ। ਇੰਸਟੀਟਿਊਸ਼ਨਸ ਜਿਹੜੇ ਬਣੇ ਹੋਏ ਆ, ਜਿਹੜੇ ਕਿ ਰਿਸਪੋਂਸੀਬਲ ਹੈ ਫॉर द ਇਕੋਨੋਮਿਕ ਗਰੋਥ ਆਫ द ਕੰਟਰੀ, ਉਹਨਾਂ ਦੇ ਵਿੱਚ ਆਪਣੀ ਕੋਈ ਵੀਕਨੈਸ ਨਹੀਂ ਹੈ। The truth is that probably all these weaknesses are intrinsically linked in the sense that they feed upon each other. For example, red tape makes corruption possible, and corrupt bureaucrats may increase the extent of red tape so that they extract additional bribes. ਉਹਨਾਂ ਨੇ ਕਿਹਾ ਕਿ ਜਿਹੜੀਆਂ ਵੀਕਨੈਸਿਸ ਹੈ ਨਾ, ਜਿਹੜੀਆਂ ਵੀ ਕਿਸੇ ਵੀ ਇੰਸਟੀਟਿਊਸ਼ਨ ਦੇ ਅੰਦਰ ਜਿਹੜੀਆਂ ਕਮੀਆਂ ਆ, ਉਹ ਇੰਨੀਆਂ ਕੁ ਨੈਚੁਰਲ ਆ, ਇੰਨੀਆਂ ਕੁ ਇੰਟਰਿੰਸਿਕਲੀ ਲਿੰਕਡ ਹੈ ਕਿ ਉਹ ਇੱਕ ਦੂਜੇ ਨੂੰ ਫੀਡ ਕਰ ਰਹੇ ਆ, ਇੱਕ ਦੂਜੇ ਦੀ ਮਦਦ ਕਰ ਰਹੇ ਆ। ਉਹ ਹਰੇਕ ਇੰਸਟੀਟਿਊਸ਼ਨ ਜਿਹੜੇ ਆ, ਗਵਰਨਮੈਂਟ ਇੰਸਟੀਟਿਊਸ਼ਨਸ ਆ, ਉਹਨਾਂ ਦੇ ਵਿੱਚ ਇੰਨੀਆਂ ਕੁ ਜ਼ਿਆਦਾ ਕਮੀਆਂ ਆ ਕਿ ਉਹ ਇੱਕ ਇੰਸਟੀਟਿਊਸ਼ਨ ਦੂਸਰੇ ਇੰਸਟੀਟਿਊਸ਼ਨ ਨੂੰ ਫੀਡ ਕਰ ਰਿਹਾ, ਉਹਦੀ ਮਦਦ ਕਰ ਰਿਹਾ ਔਰ ਜਿਹੜੀ ਕਰਪਸ਼ਨ ਵਧਾਉਣ ਦੇ ਵਿੱਚ। ਉਹਨੇ ਐਗਜ਼ਾਮਪਲ ਦਿੱਤੀ ਆ। ਆਪਾਂ ਕਹਿੰਦੇ ਆ ਕਿ ਰੈੱਡ ਟੇਪ ਹੈ, ਜਿਹੜੇ ਰਿਜਿਡ ਰੂਲਸ ਹੁੰਦੇ ਆ ਕਿ ਹੁਣ ਨਵਾਂ ਬਿਜ਼ਨਸ ਸਟਾਰਟ ਕਰਨਾ, ਬਹੁਤ ਸਖਤ ਰੂਲ ਰੱਖੇ ਹੋਏ ਆ, ਉਹਦੇ ਨਾਲ ਕੀ ਹੈ, ਆਪਾਂ ਕਹਿੰਦੇ ਕਿ ਕਰਪਸ਼ਨ ਹੋ ਰਹੀ ਹੈ। ਹੁਣ ਜਿਹੜੇ ਕਰਪਟ ਬਿਊਰੋਕਰੇਟਸ ਹੈ, ਉਹਨਾਂ ਨੂੰ ਪਤਾ ਸਾਨੂੰ ਪੈਸਾ ਕਿਉਂ ਮਿਲ ਰਿਹਾ, ਕਿਉਂਕਿ ਰੂਲ ਇਹ ਹੈ, ਉਹਨਾਂ ਰੂਲਸ ਤੋਂ ਓਵਰਕਮ ਕਰਨ ਲਈ ਲੋਕੀ ਸਾਨੂੰ ਪੈਸਾ ਦੇ ਰਹੇ ਆ। ਉਹ ਕੀ ਕਰਨਗੇ, ਉਹ ਜਿਹੜੇ ਬਿਊਰੋਕਰੇਟਸ ਹੈ, ਉਹ ਜਿਹੜਾ ਰੈੱਡ ਟੇਪ ਹੈ, ਜਿਹੜੇ ਰਿਜਿਡ ਰੂਲ ਹੈ, ਉਹਨੂੰ ਹੋਰ ਵਧਾ ਦੇਣਗੇ ਤਾਂ ਕਿ ਉਹ ਹੋਰ ਜ਼ਿਆਦਾ ਰਿਸ਼ਵਤ ਹੈ ਜਿਹੜਾ ਲੋਕਾਂ ਤੋਂ ਲੈ ਸਕਣ। And that getting rid of corruption helps a country overcome other institutional weaknesses, just as reducing other institutional weakness helps it curb corruption. ਉਹ ਕੀ ਕਹਿ ਰਹੇ ਆ ਕਿ ਅਗਰ ਇਫ ਵੀ ਵਾਂਟ ਕਿ ਅਸੀਂ ਇਫ ਵੀ ਵਾਂਟ ਟੂ ਗੈਟ ਰਿਡ ਆਫ ਦਾ ਕਰਪਸ਼ਨ, ਜੇ ਕਰਪਸ਼ਨ ਤੋਂ ਅਸੀਂ ਮੁਕਤੀ ਪਾ ਲਾਂਗੇ, ਜਿਹੜੀਆਂ ਵੀਕਨੈਸਿਸ ਹੈ ਨਾ, ਜਿਹੜੀਆਂ ਕਮੀਆਂ ਆ ਇੰਸਟੀਟਿਊਸ਼ਨਸ ਦੇ ਵਿੱਚ, ਉਹ ਓਵਰਕਮ ਹੋ ਜਾਣਗੀਆਂ। ਸਿਮਿਲਰਲੀ ਅਗਰ ਉਹ ਕਮੀਆਂ ਖਤਮ ਹੋ ਜਾਣਗੀਆਂ, ਕਰਪਸ਼ਨ ਖਤਮ ਹੋ ਜਾਣਗੀ। ਸੋ ਦੀਜ਼ ਥਿੰਗਸ ਆਰ ਇੰਟਰਲਿੰਕਡ। ਜਿਹੜੀਆਂ ਇੰਸਟੀਟਿਊਸ਼ਨਸ ਦੇ ਵਿੱਚ ਆਪਣੀਆਂ ਕਮੀਆਂ ਆ, ਉਹਨਾਂ ਨੂੰ ਖਤਮ ਕਰਾਂਗੇ ਤਾਂ ਕਰਪਸ਼ਨ ਖਤਮ ਹੋਏਗੀ, ਕਰਪਸ਼ਨ ਖਤਮ ਹੋਏਗੀ ਤਾਂ ਉਹ ਕਮੀਆਂ ਵੀ ਆਪਣੇ ਆਪ ਓਵਰਕਮ ਹੋ ਜਾਣਗੀਆਂ। ਸੋ ਦੀਜ਼ ਆਰ ਦਾ consequences of corruption that Paulo Moro is referring here.